ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ जब लाओ नहीं भाग लिलार उदय तब लाओ भ्रमते फिरते बहु ताह्यो कल घोर समुंदर में बूढ़त थे कबहू मिट है नहीं रे पछतायो तत विचार यह मथुरा जग तारन कहो अवतार बनायो जपयो जिन अर्जन देव गुरु फिर संकट जोन गर्भ ना आयो गगन दमामा बाजियो परयो निशानै कहाओ खेत जो मंडियो सूरमा अब जूजन कहो दाओ जो तो प्रेम खिलन का चाओ सिर तर तली गली मेरी आओ इत मार्ग पैर तरीचै सिर तीचै कान ना कीजै सज्जन सच्चा पातशाह सिर साहांदै साहो जिस पास बैठिया सोही है सबना दावे साहो जिस पास बैठिया सोही है सबना दावे साहो। वाहिगुरु जी का खालसा वाहिगुरु जी की फतेह। पतत पावन भगत वत्सल करुणा निदान जुगो जुग अटल चवर छतर तख्त दे मालक गरीब नवाज अंतरजामी कोट ब्रह्मांड को ठाकुर स्वामी सर्ब जियां का दाता रे खंडा ब्रह्मंडां दे मालक दसां पातशाहियां दी जगदी जोत गुरता गद्दी दे तख्त ते शोभाहीमान धन धन श्री गुरु ग्रंथ साहिब सच्चे पातशाह महाराज जियां दी पावन पवित्र बारगाह दे अंदर आप गुरसिख माई भाई शहीदां दे सरताज शांति दे सोमे गुरु अर्जुन देव महाराज जी दे शहीदी दिहाड़े नूं अते जून 1984 दे घल्लूकारे नूं मुख रखदियां होइयां आप गुरसिख माई भाई
ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਜਿੱਥੇ ਗਰੀਬ ਨਵਾਜ ਜੀ ਦੇ ਦਰਸ਼ਨ ਦੀਦਾਰ, ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ, ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀਆਂ ਕਵਿਤਾਵਾਂ ਆਪ ਸੰਗਤ ਨੇ ਸੁਣਨਾ ਕੀਤੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਸ਼ਹਾਦਤ ਕਿਵੇਂ ਹੁੰਦੀ ਹੈ, ਇਹ ਵਿਚਾਰ ਵੀ ਆਪਾਂ ਕਰਨੀ ਹੈ। ਨਾਲ ਨਾਲ ਜੋ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਦੇ ਨਾਲ ਦੇ ਸਾਥੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ, ਜਨਰਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਹੋਰ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਹਿੰਦ ਸਰਕਾਰ ਦੇ ਦੰਦ ਖੱਟੇ ਕੀਤੇ, ਹਿੰਦ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ, ਇਹ ਵਿਚਾਰ ਆਪਾਂ ਕਰਨੀ ਹੈ। ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਅੰਦਰ ਜੋੜੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਸ਼ਹੀਦੇ ਦਿਹਾੜੇ ਦੀ ਵਿਚਾਰ ਆਪ ਹੀ ਰਸਨਾ ਤੇ ਵਸ ਕੇ ਕਰਵਾ ਲੈਣ। ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਲੋਕਾਈ ਦੇ ਭਲੇ ਵਾਸਤੇ ਗੁਰਬਾਣੀ ਦਾ ਜਹਾਜ਼ ਰਚਿਆ। ਇਤਿਹਾਸ ਦੇ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸਨ, ਦੋਹੇ ਥਾ ਬਾਣੀ ਕਾ ਬੋਹਿ ਥਾ। ਫਿਰ ਬਚਨ ਉਚਾਰੇ ਸਨ, ਕੌਣ ਪ੍ਰਗਟਿਓ ਪੁਰਖ ਅਵਤਾਰੀ, ਜਿਨ ਮੰਜੀ ਹਿਲਾਈ ਸਾਰੀ। ਐਸੇ ਸਤਿਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਣਥੱਕ ਸੇਵਾ ਕਰਦੇ ਨੇ, ਹੁਕਮ ਦੇ ਵਿੱਚ ਰਹਿੰਦੇ ਹਨ। ਸਮਾਂ ਆਉਂਦਾ ਹੈ ਤਖਤ 'ਤੇ ਸੁਭਾਈਮਾਨ ਹੁੰਦੇ ਹਨ, ਬੜਾ ਸ਼ਾਂਤ ਸੁਭਾਅ ਹੈ। ਦੂਸਰੇ ਪਾਸੇ ਵੱਡੇ ਭਰਾਤਾ ਭਾਈ ਪ੍ਰਿਥੀ ਚੰਦ ਬੜੀ ਈਰਖਾ ਕਰਦੇ ਨੇ। ਸਮਾਂ ਆਉਂਦਾ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਲੋਕਾਈ ਦੇ ਭਲੇ ਵਾਸਤੇ, ਖਲਕਤ ਦੇ ਭਲੇ ਵਾਸਤੇ ਗੁਰਬਾਣੀ ਉਚਾਰਦੇ ਨੇ। ਸਿੱਖ ਕੌਮ ਦੀ ਮਾਇਨਾਜ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਨੂੰ ਲਿਖਾਰੀ ਲਾਉਂਦੇ ਹਨ। ਗੁਰਬਾਣੀ ਮਹਾਰਾਜ ਲਿਖ ਰਹੇ ਹਨ। ਦੂਸਰੇ ਪਾਸੇ ਦਿੱਲੀ ਦੀ ਤਖਤ ਦਾ ਜਿਹੜਾ ਬਾਦਸ਼ਾਹ ਹੈ, ਉਹਦਾ ਨਾਮ ਹੈ ਜਹਾਂਗੀਰ। ਤੇ ਜਹਾਂਗੀਰ ਨੂੰ ਜਿਹੜੀ ਪਦਵੀ ਦਵਾਈ ਹੈ, ਉਹ ਕਹਿੰਦੇ ਸ਼ੇਖ ਅਹਿਮਦ ਸਰਹੰਦੀ, ਇਸਲਾਮ ਧਰਮ ਦਾ ਇੱਕ ਪੀਰ ਹੈ, ਫਕੀਰ ਹੈ, ਜਿਹੜਾ ਕੇਵਲ ਇਸਲਾਮ ਦੀ ਉન્નਤੀ ਚਾਹੁੰਦਾ ਹੈ। ਇੱਕ ਸਮਾਂ ਸੀ ਇਹਨੇ ਜਹਾਂਗੀਰ ਨੂੰ ਕਿਹਾ ਸੀ, ਤੈਨੂੰ ਮੈਂ ਤਖਤ ਤੇ ਬਿਠਾਵਾਂਗਾ, ਪਰ ਮੈਨੂੰ ਇੱਕ ਖਤਰਾ ਜਾਪਦਾ ਹੈ, ਗੁਰੂ ਨਾਨਕ ਦੀ ਜਿਹੜੀ ਗੱਦੀ ਹੈ, ਇਸ ਗੱਦੀ ਤੇ ਬਹੁਤ ਵੱਡੇ ਵੱਡੇ ਮੁਸਲਮਾਨ ਉਹਨਾਂ ਦੇ ਮੁਰੀਦ ਬਣ ਰਹੇ ਹਨ। ਸਮਾਂ ਆਪਣੀ ਚਾਲ ਚੱਲਿਆ, ਬਾਦਸ਼ਾਹ ਜਹਾਂਗੀਰ ਤਖਤ ਤੇ ਬੈਠਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਲੋਕਾਈ ਦਾ ਭਲਾ ਕਰ ਰਹੇ ਨੇ। ਦੂਸਰੇ ਪਾਸੇ ਸਾਧ ਸੰਗਤ ਜੀ ਚੰਦੂ ਜਿਹੜਾ ਹੈ, ਇਹਦੇ ਲਾਗੀ ਆਉਂਦੇ ਹਨ ਤੇ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੂੰ ਰਿਸ਼ਤਾ ਕਰ ਜਾਂਦੇ ਹਨ। ਜਦੋਂ ਜਾ ਕੇ ਚੰਦੂ ਨੂੰ ਖਬਰ ਦਿੰਦੇ ਨੇ, ਹੰਕਾਰ ਦੇ ਵਿੱਚ ਕਹਿਣ ਲੱਗਾ, ਤੁਸੀਂ ਤੇ ਚੁਬਾਰੇ ਦੀ ਇੱਟ ਮੂਰੀ ਨੂੰ ਲਾਏ ਹੋ, ਭਾਵ ਅਸੀਂ ਬਹੁਤ ਵੱਡੇ ਹਾਂ, ਉਹ ਗਰੀਬ ਹਨ, ਫਕੀਰ ਹਨ। ਸਾਧ ਸੰਗਤ ਜੀ, ਗੁਰੂ ਕੀ ਸੰਗਤ ਨੇ ਹੰਕਾਰ ਦੇ ਬੋਲ ਸੁਣੇ। ਫਿਰ ਹੰਕਾਰ ਦੇ ਵਿੱਚ ਕਹਿਣ ਲੱਗਾ, ਠੀਕ ਹੈ, ਮੇਰੀ ਧੀ ਸਿੱਖਾਂ ਦੀ ਮਾਂ ਖਿਲਾਵੇਗੀ। ਇੰਨੇ ਸਮੇਂ ਨੂੰ ਨਾਈ ਵਾਪਸ ਭੇਜਦਾ ਹੈ ਨਾਤਾ ਦੇ ਕਰਕੇ।
गुरु कियां संगतां ने चिट्ठी लिखी, महाराज गुरु अर्जन साहिब जी, इस हंकारी दी धी दा रिश्ता प्रवान ना करियो। गुरु अर्जन साहब महाराज बैठे हन, डिठे सभे थाव, नहीं तुद जिहिया, बद्दोह पुरख विदाते ता तू सोहिया। इन्ने समय नूं लागी आउंदे ने। गुरु का सिख पहुँचता है, मत्था टेकदा है, चिट्ठी महाराज जी के चरणों में रख दिंदा है। मेवड़े सिख नूं हुक्म करते ने, चिट्ठी पढ़। चिट्ठी पढ़ते ने, सच्चे पातशाह संगत का हुक्म है कि नाता प्रवान नहीं करना। सतगुरु जी कहते जिहड़ी चीज़ साडे सिखां नूं प्रवान नहीं, संगत नूं प्रवान नहीं, वो सानूं प्रवान नहीं। एक कारण शहीदी का महाराज जी का जिहड़ा शेख अहमद सरहंदी है, वो महाराज सच्चे पातशाह की गद्दी दे नाल बड़ी ईर्खा करता है। ईर्खा का कारण कि बहुते मुसलमान इन्हां दे मुरीद सेवक बनते जा रहे हैं। दूसरा कारण जहांगीर बादशाह नूं तखत ते भी बिठाउंदा है। तीसरा कारण चंदू की जिहड़ी धी दा रिश्ता प्रवान नहीं किया। चौथा कारण जदों महाराज गुरबाणी लिखा रहे ने, भगतां दी बाणी आरंभ हुंदी है, तो उस वक्त साध संगत जी लाहौर की धरती ते 4 भगत हैं। काना, शाह हुसैन, पीलू, छज्जू। काने हुणी सारे इकट्ठे होकर महाराज साहब जी दे कोल आउंदे ने कि जिहड़े भगत दुनिया ते नहीं, आप जी उन्हां दी बाणी लिखवा रहे हो, दुनिया दे लोग साडी पूजा करते ने, इहदी जिहड़ी उम्र है 500 साल की है, योग साधना इहदे पास है। सच्चे पातशाह कहंदे जल पानी छको, अमृत वेले सानू अपनी बाणी सुनायो। रात बतीत हुंदी है, अमृत वेला शुरू हुंदा है, ये चारे जाते हैं। भाई गुरदास भी आ जाते ने। महाराज सच्चे पातशाह का चौंकड़ा वजा है। सतगुरु जी कहते कान्या तू अपनी बाणी सुना। कहन लगा ओही रे मैं ओही रे, जाकू वेद पुराण सब खोजै, खोजत खोजना कोई रे। ब्रह्मा विष्णु महेश आराध है, सब करदे जाकी सेवा रे। कह कान्हा मम आस स्वरूप है, अपरंपर अलख अपेवारे। सतगुरु जी कहन लगे तेनू ज्ञान है, पर तेरी बाणी दे विच हंकार बोल रहा है। असीं सिखां दे विच निम्रता, प्रेम, भावना, श्रद्धा पैदा करनी है। हंकार दे विच कहन लगा कि तुहाडी जिहड़ी मौत है वह तुरकां दे घर विच होवेगी। ये जिहड़ा कान्हा सी साध संगत जी चंदू दे ताए दा पुत्र है, एक शहीदी का एक कारण बनता है। हुण कदी चंदू जिहड़ा है सुलभी खान नूं चढ़ा के भेजदा है फौजां दे समेत, ते सुलभी खान दा जिहड़ी मौत है ब्यासा दरिया लंघदा है, इहदे ही सिपाही इते वार करदा है, धड़ नालों सीस वखरा कर दिंदा है, दी मौत हो जाती है। उस तो बाद सुलही खान चढ़ के आउंदा है। गुरु के सिखा ने बेनती की, महाराज आप जी हुण कृपा करो, की करिए। बाबा बुढ़ा साहब ने, भाई गुरदास, भाई बहलो वर्गे किसी सिख ने कहा महाराज आपां नूं बादशाह दे कोल चिट्ठी लिखनी चाहिए है। किसी सिख ने कहा महाराज आपां 2 सिख भेज दईए। गरीब नवाज कहते नहीं, मैं सब कुछ छोड़ प्रभ तू ही ते आया। मैनू गुरु रामदास जी ते विश्वास है, अकाल पुरख ते भरोसा है। सुलही ते नारायण राख, सुलही का हाथ कहीं ना पहुँचै, सुलही हुआ मूआ ना पाक। जदों सुलही आउंदा है, पट्ठे ते चढ़दा है, ते साध संगत जी पैर दा फिलस जांदा है, ते इहदी जिहड़ी मौत है अग दे विच डिगण करके हो जाती है। ते गरीब नवाज सच्चे पातशाह कहंदे साडी रखिया करन वाला अकाल पुरख है। समा अपनी चाल चलता है। जहांगीर बादशाह अपने पुत्र खुसरो नूं देश निकाला दिंदा है, ते सारे देश दे अंदर
कोई बहुता छोटा देश नहीं सी, बहुत वड्डा सी। उदों पाकिस्तान नहीं सी बंगलादेश नहीं सी बनिया, अफगानिस्तान नहीं सी बनिया। जहांगीर ने सारे पासे ढंडोरे पटवा दिते कि जेड़ा भी मेरे पुत्र खुसरो नूं मूँह लावेगा, इहदी मदद करेगा, भावें कोई वड्डा भावें कोई छोटा, भावें कोई गरीब भावें कोई अमीर, उन्होंने बड़ी सज़ा मिलेगी। साध संगत जी, देश अंकाला मिलिया है, कुछ नाल मनुख लए, दिल्ली की धरती तो चलता है। इतिहासकार लिखते ने पहला आगरे जाता है, आगरे तो हुंदा होया वापस पंजाब की धरती ते आउंदा है। इहदी सोच है कि इत्थों मैं अगे अफगानिस्तान नूं निकल जावांगा। जदों तरन तारण साहिब की धरती ते आउंदा है, गुरु अर्जन देव सच्चे पातशाह महाराज सरोवर की सेवा करा रहे ने, गुरु घर की इमारत की सेवा करा रहे ने। सिखा नूं पुछदा है, महाराज गुरु अर्जन साहिब जी कित्थे हन? सिखा ने कहा कि इसे ही धरती ते सुभाएमान हन, जीवां दा भला कर रहे ने। इन्हें पड़ा लाए, डेरा लाया, ते महाराज गुरु अर्जन देव सच्चे पातशाह जी के चरणों में जाता है, मत्था टेकदा है। सच्चे पातशाह मेरे ते कृपा करो, मेरे बाप जहांगीर ने मैनू देश निकाला दिता है। गरीब नवाज बड़ी गरीबी आ गई है, जिन्हें घरवाली के गहने सन वो सारे विच दिते हैं। सतगुरु जी का सुभाव है, जो शरण आवे तिस कंठ लावे, यह बिरद सुआमी संदा। कलगीधर पिता महाराज लिखते ने, जिते शरण जय है तित्यु राख लै है, जो शरण आवे तिस कंठ लावे, यह बिरद सुवामी संधा। सच्चे पातशाह कहते खुसरो, ये गुरु नानक दा घर है, लंगरां दे विचों लंगर पानी छको, किसी पदार्थ की लोड़ होई संगना नहीं है। इतिहास के महाकवि कविराज भाई संतोख सिंह जी हुणा ने जिक्र किया है कि 4-5 दिन तरन तारण साहिब की धरती ते रहिंदा है, फिर बेनती करदा है, महाराज मेरे ते कृपा करो, मेरी कुछ मदद करो। उन्हां समयां अंदर महाराज गुरु अर्जन साहिब जी ने 5000 रुपया इहदी मदद वास्ते दिता है। इत्थों चल पैंदा है। चंदू का एक मुरीद है, वो सारे दृश्य नूं वेखदा है, वारता नूं वेखदा है, दौड़ के जाके चंदू के पास खबर दिंदा है कि गुरु अर्जुन देव महाराज जी ने बादशाह के पुत्र की मदद की, उन्होंने पनाह दी। ये गल सुन के चंदू बड़ा खुश होया कि हुण वेखांगा मैं किड्डा क वड्डा फकीर है, मैं हुण दीवान हाँ, मैं बड़े ही ले किते, बड़े यतन किते, वो मेरे वसी कार नहीं होया। बादशाह के पास जाता है, चुप करके सलाम करता है, बादशाह आप जी ने अपने पुत्र खुसरो नूं बगावत दिती है, देश निकाला दिता है, पर गुरु अर्जन देव जी ने तुहाडा भय नहीं मन्निया, तुहाडा डर नहीं मन्निया, उन्होंने पनाह दिती। इत्थों तक कि बड़ी माया दे के उन्होंने मदद की। उन्होंने हंकारी ने क्रोध अंदर ईरखा दे अंदर आन के बोल भी कहे कि गुरु अर्जन साहब जी कहते मैनू किसी बादशाह का भय नहीं, किसी बादशाह का डर नहीं। नाल ये भी कहा कि उन्होंने बड़े धावड़ी रखे हैं, चोर रखे हैं, तुहाडे राज नूं भी खतरा हो सकता है। बादशाह के पासों अखवा करके चंदू पापी ने चिट्ठी आप लिखी है कि आप जी ने बादशाह के पुत्र नूं पनाह दिती है, 2 लाख रुपया टैक्स दिओ, फिर जिहड़ा अहदी आउंदा है उन्होंने बड़े कबूल बचन कह के भेजता है। अहदी महाराज साहब जी के चरणों में आउंदा है। इतिहास के कवि भाई संतोख सिंह जी लिखते हैं, जदों अहदी महाराज जी के दर्शन करता है, सोए सुनंदड़ी मेरा तन मन मौला, नाम जपंदड़ी लाली, पंध जलंदड़ी मेरा अंदर ठंडा, गुरदर्शन देख निहाली। दर्शन डिठे लहन वजोगा जियो, सोका हो टल गुर सेवी है, अहनिस सहज सुभाए, दर्शन परसिया गुरु कै जन्म मरण दुख जाए।
सतगुरु जी दे दर्शन कीते। उस अहदी दा मन बड़ा शांत हो गया, निर्मल हो गया। सच्चे पातशाह दे मुबारक ते चरना ते मत्था टेकिया। गरीब नवाज जिहड़ा चंदू है तुहाडे नाल बड़ी ईरखा करदा है। महाराज उन्हें बड़े कठोर शब्द कहे, मैं आप जी दे सन्मुख कह नहीं सकदा। चिट्ठी पढ़ी नहीं, चिट्ठी महाराज जी दे चरनां विच रखी है। सतगुरु महाराज चिट्ठी पढ़ते ने, कहन लगे अहदी असीं आप चल के आवांगे, जहांगीर बादशाह नूं आप मिलांगे। हुण अहदी साध संगत जी वापस चला जाता है लाहौर की धरती ते। गुरु अर्जन देव सच्चे पातशाह महाराज, सत्कारयोग बाबा बुढ़ा साहिब, भाई साहब भाई गुरदास ते गुरु हरगोबिंद महाराज साहब जी नूं सारी सेवा सौंपते ने। एक नारियल लेंदे हन, 5 पैसे लैके मत्था टेक दिंदे हन ते नाल सारी जिहड़ी सेवा है वो बाबा बुढ़ा साहब भाई गुरदास नूं सौंप दिंदे हन। शाम का समा है, अपने महलों में जाते ने ते माता गंगा जी गुरु के महल हन, पति देव के चरनां ते मत्था टेकते ने। सच्चे पातशाह अपने महल नूं कहन लगे, अज दी रात असीं इस धरती ते हाँ, सवेर हुंदिआं असीं लाहौर नूं चाले पा देने हन ते परत के असीं वापस नहीं आउणा। जदों ये बोल सुने, पति देव दे साडी माता गुरु के महल माता गंगा जी दे नेत्रां दे विचों हंझू शुरू हो गए। सतगुरु जी आप जी दे पुत्र अजे छोटे हन, उन्हां दे दुश्मन बड़े हन। चाहे छोटी उम्र के अंदर पहला भाई पृथ्वी चंद दाई नूं भेजदा है, महाराज उहदी भी कल्याण करते ने। फिर सपेरे नूं भेजदा है, उहदी भी कल्याण करते ने। फिर ब्राह्मण नूं भेजदे ने, उहदी भी कल्याण करते ने। पति देव जिम्मेवारियां बड़ियां वड्डियां ने, वो अजे छोटे हन। सतगुरु जी कहन लगे अपने महल माता गंगा जी नूं, ये गुरु नानक दा घर है, अकाल पुरख वाहिगुरु कृपा करनगे, महाराज गुरु नानक साहब जी कृपा करनगे। तुसी किसी गल की चिंता नहीं करनी, उहदे हुक्म दे विच रहना है, रज़ा दे विच रहना है। सतगुरु जी दा हुक्म है कि जिहड़े शरीर ने, जिहड़े अज विखदे पए ने, कल नूं नहीं होणगे। जोगी जति ब्रह्मचारी बड़े बड़े छत्रधारी, छत्र ही की छाया कई कौशल चलत है। दृष्टमान है सगल मथेना, रात बतीत हुई अमृत वेला होया। महाराज गुरु अर्जन देव सच्चे पातशाह इशनान करते ने, अकाल पुरख वाहिगुरु के चरणां अंदर ध्यान जोड़ते ने। दिन चढ़दा है, डिठे सबे थाव नहीं तुद जेहिया, बदोह पुरख विदाते तातू सुहिया। सचखंड श्री हरमंदर साहिब विखे जाते ने, मत्था टेकते ने, परिक्रमा करते ने। उस तो बाद 5 सिख नाल लए ने, भाई बिधि चंद, भाई लंगाह जी, भाई प्राणा जी, भाई जेठा जी, भाई राजू जी। जदों महाराज चलन लगे हन, बेअंत गुरु की संगतां दा ठाठा मारदा कठ है। बाबा बुढ़ा साहिब, भाई गुरदास, गुरु नानक दी 6वीं जोत, गुरु हरगोबिंद महाराज साहब भी नाल हन। जदों महाराज तुरदे हन, बहुत वड्डा काफला है, एक सोहनी पालकी आउंदी है। जदों सच्चे पातशाह कुछ दूरी ते जांदे ने, बाबा बुढ़ा साहब, भाई गुरदास ते गुरु हरगोबिंद महाराज नूं कोल सददे ने ते गुरु हरगोबिंद महाराज साहब नूं कहन लगे कि बाबा बुढ़ा साहब की आग्या नूं मोड़ना नहीं है, इन्हां दी बहुत वड्डी कालना है, बहुत वड्डी सेवा है। फिर सच्चे पातशाह ने एक सिख नूं हुक्म किया कि तुसी गोइंदवाल साहब की धरती ते जाओ, इत्थे गुरु अमरदास महाराज जी की अंश वंश है। बाबा मोहरी जी के वड्डे सपुत्र ने बाबा अर्थमल जी, उन्होंने जाके साडा सुनेहा लाओ कि गुरु अर्जन देव जी लाहौर वाल जा रहे ने, आप जी सुबह जाके उन्होंने मिलो। इत्थों ने सिख साध संगत जी गोइंदवाल साहब की धरती वाल तुर पैंदा है।
दूसरे पासे महाराज सारी संगत नूं, बाबा बुढ़ा साहब नूं, भाई गुरदास नूं, छेवें पातशाह नूं वापस मोड़ दिंदे ने। दूसरे पासे साध संगत जी लाहौर की धरती है, इत्थे एक सिख का जिक्र किया है भाई साहब जी हुणां ने, जिहदा नाम है भाई सद्धू जी। रात दिन अरदासां करदा है, महाराज मैं गरीब हाँ, मेरे हिरदे की भावना है कि आप जी मेरे घर अंदर चरण पाओ, मैनू गरीब नूं निहाल करो, क्योंकि रात दिन की ताग है। गुरु गुरु गुर कर मन मेरे, गुरु बिना मैं ना ही होर। इस तरह भाई सद्धू जी गुरु गुरु का जाप करता है। सच्चे पातशाह गरीब नवाज विण बोलिया सब कुछ जानदा, गुरु अर्जन देव सच्चे पातशाह महाराज भाई सद्धू के घर अंदर पहुँचते हैं। जदों पता लगा भाई सद्धू नूं गरीब नवाज जी के दर्शन होए, भाई गुरदास के बचन हैं, सुध की ना सुध रही, बुद्ध की ना बुद्ध रही, मत मैं ना मत है। इन्ना विस्माद आनंद विच भाई सद्धू जी चले गए। सोने पलंगे ते महाराज साहब जी नूं बिठाया, सतगुरु महाराज जी के चरण धोते, वो चरणामृत आप छकिया, परिवार नूं छकाया, घरवाली नूं छकाया। फिर गुरु का लंगर तैयार हो रहा है। लंगर तैयार होया, महाराज भोजन छको। सच्चे पातशाह महाराज आप बैठते हैं, 5 गुरु के सिख बैठते हैं पंगत विच। महाराज लंगर छकते हैं। लंगर छकन तो बाद फिर भाई सद्धू जी इन्हां दी घरवाली लंगर छकते ने। फिर महाराज सच्चे पातशाह नूं सोने पलंगे ते बिठाउंदे हैं। ते साध संगत जी गर्मियां दी रुत है, आप भाई सद्धू जी पखा जिहड़ा है महाराज जी नूं झल रहे ने। इन्ने समय नूं एक सिख गोइंदवाल साहब की धरती ते पहुँच जाता है, बाबा अर्थमल जी नूं मिलता है। बाबा अमरदास महाराज जी की सारी अंश-वंश इत्थे इकट्ठी हुंदी है। सारी वार्ता गुरु के सिख ने दसी कि बाबा अर्थमल जी आप जी नूं गुरु अर्जन साहब महाराज जी ने चिते किया है, लाहौर की धरती वाल चले गए हैं। बाबा अर्थमल रात बतीत हुई, दिन चढ़ता है तो गोइंदवाल साहब की धरती तो लाहौर वाल चाले पा दिंदा है। दूसरे पासे महाराज भाई सद्धू जी के घर विच हैं। जिन्हें भी तनाड़ गुरु के सिख लाहौर की धरती ते साध संगत जी रह रहे हैं, चाहे कोई वड्डा है चाहे कोई छोटा है, जिन्हों जिन्हों भी पता लगता है वो भाई सद्धू के घर विच महाराज गुरु अर्जन साहब जी के दर्शनां वास्ते आ रहे हैं। इन्ने समय नूं बाबा अर्थमल भी पहुँचता है, महाराज जी के चरणों ते मत्था टेकदा। सच्चे पातशाह महाराज की हुक्म है। कवि राज भाई संतोख सिंह जी लिखते हैं कि गुरु अर्जन देव सच्चे पातशाह ते बाबा अर्थमल एक पासे हुंदे ने। सारी वार्ता दसन लगे ने कि साडा हुण समा नेड़े आ गया है, असीं शहादत दा जाम पी जाना है। कहंदे जदों ये गल सुनी, बाबा अर्थमल दे अखां दे विचों हंझू आउण लग पए। सच्चे पातशाह आप जी मेरे ते किरपा करो, मैं पहला शरीर छड़ देवां, आप जी नूं कोई आँच ना आवे। सच्चे पातशाह कहन लगे साढ़े तो 40वें दिन बाद तेरा भी जिहड़ा शरीर है शांत हो जाएगा, साढ़े अंदर तुसीं अभेद हो जाओगे। बाबा अर्थमल जी नूं तोड़ दिंदे ने। बहुत गुरु कीआं संगतां लाहौर की धरती ते भाई सद्धू जी के घर विच आ रही ने। बहुत वड्डा काफला चलता है। इन्ने समय नूं साध संगत जी चंदू आउंदा है, नाल उहदे सिपाही ने। अपने सिपाहियां नूं पुछदा है कौन ने, बहुत वड्डा इकट्ठ है। नाल कहन लगा जे कोई बादशाह दे अहलकार हुंदे, वड्डे अहुदेदार हुंदे, उन्हां ने मैनूं मिल के जाना सी। एक सिपाही भेजदा है, जा पता करके कौन ने। जदों सिपाही जाता है, सिख नूं पुछदा है कि कौन ने। सिख ने बेनती की है गुरु अर्जन साहब महाराज जी हैं, जो गुरु नानक दी 5वीं गद्दी ते सुभाएमान हैं। सिपाही सुन के चंदू पास आउंदा है। जदों आण के कहंदा है कि महाराज गुरु अर्जन साहब जी ने
ਸਾਧ ਸੰਗਤ ਜੀ ਈਰਖਾ ਦੀ ਅੱਗ ਵਿੱਚ ਸੜ ਗਿਆ ਕਿ ਮੈਂ ਤੇ ਇਹਨਾਂ ਨੂੰ ਸਜ਼ਾ ਦੇਣਾ ਚਾਹੁੰਦਾ ਹਾਂ ਤੇ ਇਹਨਾਂ ਦੀ ਤੇ ਬਹੁਤ ਵੱਡੀ ਸਿੱਖੀ ਸੇਵਕੀ ਹੈ, ਮੇਰਾ ਭੈ ਨਹੀਂ ਮੰਨਦੇ, ਬਾਦਸ਼ਾਹ ਦਾ ਭੈ ਨਹੀਂ ਮੰਨਦੇ। ਹੁਣ ਇੱਥੋਂ ਜਿਹੜਾ ਚੰਦੂ ਹੈ ਸਿੱਧਾ ਜਹਾਂਗੀਰ ਬਾਦਸ਼ਾਹ ਦੇ ਪਾਸ ਪਹੁੰਚਦਾ ਹੈ, ਜਾ ਕੇ ਸਲਾਮ ਕਰਦਾ ਹੈ। ਜਿਹੜੇ ਅਹਿਲਕਾਰ ਨੇ ਉਹਨਾਂ ਨੂੰ ਵੱਢੀ ਦਿੰਦਾ ਹੈ। ਕਹਿਣ ਲੱਗਾ, ਬਾਦਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਇੱਥੇ ਹਨ, ਉਹਨਾਂ ਦੀ ਬਹੁਤ ਵੱਡੀ ਸਿੱਖੀ ਸੇਵਕੀ ਹੈ। ਤੁਸੀਂ 1 ਲੱਖ ਜਾਂ 2 ਲੱਖ ਦੀ ਕੀ ਗੱਲ ਕਰਦੇ, ਉਹਨਾਂ ਪਾਸ ਮਾਇਆ ਦੀ ਕਮੀ ਨਹੀਂ। ਮੈਨੂੰ ਇਹ ਖਤਰਾ ਹੈ ਕਿ ਉਹਨਾਂ ਨੇ ਤੁਹਾਡੇ ਰਾਜ ਅੰਦਰ ਬਗਾਵਤ ਕਰ ਦੇਣੀ ਹੈ, ਬੜੇ ਧਾਵੜੀ ਬੜੇ ਚੋਰ ਪੈਦਾ ਕਰਨੇ ਨੇ। ਜਿਹੜੇ ਨਾਲ ਦੇ ਅਹਿਲਕਾਰ ਨੇ ਕਹਿਣ ਲੱਗੇ, ਬਾਦਸ਼ਾਹ ਜੋ ਇਹ ਚੰਦੂ ਕਹਿ ਰਿਹਾ ਦੀਵਾਨ ਤੁਹਾਡਾ ਠੀਕ ਕਹਿ ਰਿਹਾ ਹੈ। ਇੱਥੋਂ ਹੁਣ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਵਜ਼ੀਰ ਖਾਨ ਨੂੰ ਹੁਕਮ ਕਰਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਅਦਬ ਤੇ ਸਤਿਕਾਰ ਨਾਲ ਲੈ ਕੇ ਆਉਣਾ। ਵਜ਼ੀਰ ਖਾਨ ਜਾਂਦਾ ਹੈ, ਪਹਿਲਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਸੱਚੇ ਪਾਤਸ਼ਾਹ ਚੰਦੂ ਜਿਹੜਾ ਹੈ ਤੁਹਾਡੇ ਨਾਲ ਬੜੀ ਈਰਖਾ ਕਰਦਾ ਹੈ, ਬੜੀ ਦਵੈਸ਼ ਕਰਦਾ ਹੈ। ਸੱਚੇ ਪਾਤਸ਼ਾਹ ਆਪ ਜੀ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ, ਕਿਉਂਕਿ ਇਸ ਵਜ਼ੀਰ ਖਾਨ ਨੂੰ ਜਲੋਦਰ ਦਾ ਰੋਗ ਹੋ ਗਿਆ ਸੀ। ਬੜੇ ਹਕੀਮਾਂ ਦੇ ਪਾਸ ਗਿਆ, ਕਿਤੋਂ ਇਹਨੂੰ ਆਰਾਮ ਨਹੀਂ ਸੀ ਆਇਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਸੁਣੀ ਸੁਖਮਨੀ ਸਾਹਿਬ ਤੇ ਇਹਨੂੰ ਆਰਾਮ ਆ ਗਿਆ ਸੀ। ਸੱਚੇ ਪਾਤਸ਼ਾਹ ਮੈਂ ਤੇ ਆਪ ਜੀ ਦਾ ਸੇਵਕ ਹਾਂ, ਮੁਰੀਦ ਹਾਂ। ਹੁਣ ਇੱਥੋਂ ਗੁਰੂ ਅਰਜਨ ਦੇਵ ਮਹਾਰਾਜ 5 ਸਿੱਖਾਂ ਦੇ ਸਮੇਤ ਵਜ਼ੀਰ ਖਾਨ ਨਾਲ ਹੈ, ਬਾਦਸ਼ਾਹ ਵੱਲ ਚਾਲੇ ਪਾ ਦਿੰਦੇ ਨੇ। ਬਾਦਸ਼ਾਹ ਜਿਹੜਾ ਹੈ ਉਸ ਨੂੰ ਜਾ ਕੇ ਸੁਨੇਹਾ ਦਿੰਦਾ ਹੈ ਵਜ਼ੀਰ ਖਾਨ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆ ਚੁੱਕੇ ਹਨ। ਗੁਰੂ ਨਾਨਕ ਦੀ ਗੱਦੀ ਦਾ ਅਦਬ ਵੀ ਕੀਤਾ, ਸਤਿਕਾਰ ਵੀ ਕੀਤਾ, ਸੋਹਣਾ ਪਲੰਘਾ ਡਾਇਆ, ਮਹਾਰਾਜ ਜੀ ਨੂੰ ਸਲਾਮ ਕੀਤੀ, ਅਹਿਲਕਾਰਾਂ ਨੇ ਸਲਾਮਾਂ ਕੀਤੀਆਂ। ਵੇਖ ਕੇ ਚੰਦੂ ਫਿਰ ਬੜਾ ਦੁਖੀ ਹੋਇਆ ਹੈ। ਗੱਲਾਂ ਬਾਤਾਂ ਹੋਈਆਂ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਮੇਰੇ ਮਨ ਅੰਦਰ ਕੁਝ ਸ਼ੰਕੇ ਹਨ, ਆਪ ਜੀ ਨਿਵਰਤ ਕਰੋ। ਇਹ ਦੱਸੋ ਕਿ ਅੱਲਾ ਦਾ ਨਾਮ ਵੱਡਾ ਹੈ ਕਿ ਰਾਮ ਦਾ ਨਾਮ ਵੱਡਾ ਹੈ, ਇਸਲਾਮ ਧਰਮ ਵੱਡਾ ਹੈ ਜਾਂ ਹਿੰਦੂ ਧਰਮ ਵੱਡਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰਾਮ ਕਲੀ ਰਾਗ ਅੰਦਰ ਸ਼ਬਦ ਉਚਾਰਿਆ। ਰਾਮ ਕਲੀ ਮਹੱਲਾ 5ਵਾਂ। ਕੋਈ ਬੋਲੇ ਰਾਮ ਰਾਮ ਕੋਈ ਗੁਸਾਏ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ। ਗਰੀਬ ਨਵਾਜ ਨੇ ਸਾਰੇ ਸ਼ਬਦ ਅੰਦਰ ਜਹਾਂਗੀਰ ਬਾਦਸ਼ਾਹ ਦੇ ਸ਼ੰਕੇ ਨੂੰ ਦੂਰ ਕੀਤਾ ਕਿ ਅੱਲਾ ਵੀ ਨਾਮ ਪਰਮੇਸ਼ਰ ਦਾ ਹੈ, ਰਾਮ ਵੀ ਨਾਮ ਪਰਮੇਸ਼ਰ ਦਾ ਹੈ। ਕੋਈ ਜਾ ਕੇ ਮੱਕੇ ਤੇ ਹਜ ਕਰਦੇ ਨੇ, ਕੋਈ ਜਾ ਕੇ ਤੀਰਥਾਂ ਤੇ ਪੂਜਾ ਕਰਦੇ ਨੇ, ਪਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਨੇ ਵੀ ਉਸ ਖੁਦਾ ਦੇ ਹੁਕਮ ਨੂੰ ਸਮਝਿਆ ਹੈ, ਪਰਮਾਤਮਾ ਦੇ ਹੁਕਮ ਨੂੰ ਸਮਝਿਆ ਹੈ, ਉਹਨਾਂ ਨੇ ਭਾਈ ਪਰਮਾਤਮਾ ਦੇ ਰਾਹ ਨੂੰ ਸਮਝ ਲਿਆ ਹੈ। ਸ਼ਾਮ ਦਾ ਸਮਾਂ ਹੋ ਗਿਆ ਹੈ। ਨਾਲ ਸਾਧ ਸੰਗਤ ਜੀ ਇਸਲਾਮ ਧਰਮ ਦੇ ਯਾਸਾ ਕਾਨੂੰਨ ਦੇ ਅਨੁਸਾਰ ਜਹਾਂਗੀਰ ਦਾ ਵੀ ਹੱਥ ਹੈ। ਤੇ ਸ਼ਾਮ ਦੇ ਸਮੇਂ ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਮਹੱਲਾ ਨੂੰ ਜਾਂਦਾ ਹੈ ਤੇ ਚੰਦੂ ਬੇਨਤੀ ਕਰਦਾ ਹੈ, ਬਾਦਸ਼ਾਹ ਮੈਨੂੰ ਹੁਕਮ ਹੋਵੇ ਤੇ ਮੈਂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਜਾਵਾਂ। ਸ਼ਾਮ ਦਾ ਸਮਾਂ ਹੈ। 5 ਸਿੱਖਾਂ ਦੇ ਸਮੇਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹਵੇਲੀ ਵਿੱਚ ਲੈ ਗਿਆ ਹੈ। 5 ਸਿੱਖਾਂ ਨੂੰ ਡਿਉੜੀ ਦੇ ਵਿੱਚ ਰੱਖਿਆ ਗਿਆ। ਨਾਲ ਦੀ ਇਮਾਰਤ ਦੇ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਰੱਖਿਆ ਗਿਆ। ਕਹਿਣ ਲੱਗਾ, ਜੇ ਕੁਝ ਵਿਗੜਿਆ ਨਹੀਂ, ਜਾਂ ਤੇ ਆਪ ਜੀ ਖੁਸਰੋ ਨੂੰ ਆਪ ਜੀ ਨੇ ਪਨਾਹ ਦਿੱਤੀ, ਕੁਝ ਮਾਇਆ ਦਿਓ, ਜਾਂ ਮੇਰੀ ਧੀ ਦਾ ਨਾਤਾ ਪ੍ਰਵਾਨ ਕਰੋ। ਕੁਝ ਵਿਦਵਾਨ ਇਹ ਵੀ ਲਿਖਦੇ ਨੇ ਕਿ ਬਾਦਸ਼ਾਹ ਦਾ ਇਸ਼ਾਰਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ, ਲਿਖਵਾਈ ਹੈ, ਉਹਦੇ ਅੰਦਰ ਮੁਹੰਮਦ ਸਾਹਿਬ ਦੀ ਤਾਰੀਫ ਦੀਆਂ 2 ਲਾਈਨਾਂ ਲਿਖੋ। ਗਰੀਬ ਨਵਾਜ ਕਹਿੰਦੇ ਨਹੀਂ ਹੋ ਸਕਦਾ, ਇਹ ਸਾਡਾ ਹੁਕਮ ਨਹੀਂ, ਅਕਾਲ ਦਾ ਹੁਕਮ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਸਿਪਾਹੀਆਂ ਨੂੰ ਕੀ ਕਹਿੰਦਾ ਹੈ ਕਿ ਇਹਨਾਂ ਨੂੰ ਪਾਣੀ ਨਹੀਂ ਪੀਣ ਦੇਣਾ, ਭੋਜਨ ਇਹਨਾਂ ਨੂੰ ਛਕਣ ਵਾਸਤੇ ਦੇਣਾ ਨਹੀਂ, ਇਹਨਾਂ ਨੂੰ ਆਰਾਮ ਨਹੀਂ ਕਰਨ ਦੇਣਾ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਇਹ ਵੀ ਲਿਖਿਆ ਹੈ, ਚੰਦੂ ਪਾਪੀ ਕਹਿੰਦਾ ਜੇ ਪਾਣੀ ਮੰਗਣ ਪਾਣੀ ਦੇਣਾ ਹੈ, ਪਹਿਲਾਂ 1 ਲੱਖ ਰੁਪਈਆ ਲੈਣਾ ਹੈ। ਜੇ ਭੋਜਨ ਮੰਗਣ 1 ਲੱਖ ਰੁਪਈਆ ਲੈਣਾ ਹੈ, ਭੋਜਨ ਦੇਣਾ ਹੈ। ਜੇ ਸੋਨਾ ਚਾਹਣ 1 ਲੱਖ ਰੁਪਈਆ ਲੈਣਾ ਹੈ ਤੇ ਸੌਣ ਦੇਣਾ ਹੈ। ਹੁਣ ਸੱਚੇ ਪਾਤਸ਼ਾਹ ਨੂੰ ਪਹਿਲੇ ਤਸੀਹੇ ਦੇ ਕੇ ਇਹ ਪਾਪੀ ਚਲਾ ਜਾਂਦਾ ਹੈ। ਰਾਤ ਬਤੀਤ ਹੁੰਦੀ ਹੈ, ਸਤਿਗੁਰੂ ਜੀ ਜਲ ਪਾਣੀ ਭੋਜਨ ਪਾਣੀ ਨਾ ਹੀ ਆਰਾਮ ਕਰਦੇ ਹਨ। ਅਗਲਾ ਦਿਨ ਚੜ੍ਹਦਾ ਹੈ, ਆਉਂਦਿਆਂ ਸਾਰ ਕਹਿਣ ਲੱਗਾ ਅਜੇ ਵੀ ਕੁਝ ਨਹੀਂ ਵਿਗੜਿਆ, ਜਾਂ ਤੇ ਨਾਤਾ ਪ੍ਰਵਾਨ ਕਰੋ ਜਾਂ ਫਿਰ ਤੁਹਾਨੂੰ ਵੱਡੇ ਵੱਡੇ ਤਸੀਹੇ ਦਿੱਤੇ ਜਾਣਗੇ। ਇੱਥੋਂ ਤੱਕ ਹੰਕਾਰ ਦੇ ਵਿੱਚ ਕਿਹਾ ਕਿ ਜਿੱਥੋਂ ਤੱਕ ਬਾਦਸ਼ਾਹ ਦਾ ਹੁਕਮ ਚੱਲਦਾ ਹੈ ਉੱਥੋਂ ਤੱਕ ਮੇਰਾ ਹੁਕਮ ਚੱਲਦਾ ਹੈ। ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਵੱਡਾ ਦੇਗਾ ਲੈ ਕੇ ਆਓ, ਉਹਦੇ ਥੱਲੇ ਲੱਕੜਾਂ ਰੱਖ ਕੇ ਅੱਗ ਬਾਲੋ, ਪਾਣੀ ਨੂੰ ਬਾਲਣਾ ਸ਼ੁਰੂ ਕਰ ਦਿਓ। ਵੱਡਾ ਦੇਗਾ ਆ ਗਿਆ। ਇਹ ਚੰਦੂ ਪਾਪੀ ਮਹਾਰਾਜ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰਦਾ ਹੈ। ਸਾਧ ਸੰਗਤ ਜੀ, ਜੇਠ ਦਾ ਮਹੀਨਾ ਹੈ, ਵੱਡਾ ਦੇਗਾ ਹੈ, ਥੱਲੇ ਅੱਗ ਬਲਦੀ ਪਈ ਹੈ, ਪਾਣੀ ਉਬਲ ਰਿਹਾ ਹੈ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਸਿਪਾਹੀਆਂ ਨੂੰ ਇਹਨਾਂ ਨੂੰ ਫੜ ਕੇ ਦੇਗੇ ਵਿੱਚ ਬਿਠਾਇਆ ਦਿੱਤਾ ਜਾਵੇ। ਸੱਚੇ ਪਾਤਸ਼ਾਹ ਆਪ ਉੱਠੇ ਨੇ, ਦੇਗੇ ਦੇ ਵਿੱਚ ਬੈਠੇ ਹਨ। ਉੱਥੇ ਵੀ ਬਚਨ ਉਚਾਰਦੇ ਨੇ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇੱਥੇ ਹੀ ਬਸ ਨਹੀਂ, ਇੱਕ ਹੋਰ ਤਸੀਹਾ ਦਿੰਦਾ ਹੈ ਕਿ ਗਰਮ ਰੇਤਾ ਜਿਹੜੀ ਹੈ ਉਹ ਰੇਤਾ ਨੂੰ ਗਰਮ ਕੀਤਾ ਜਾਵੇ, ਅੱਗ ਦੇ ਵਾਂਗ ਇਹਨਾਂ ਦੇ ਸਰੀਰ ਤੇ ਪਾਈ ਜਾਵੇ। ਰੇਤਾ ਗਰਮ ਕੀਤੀ ਗਈ। ਗਰਮ ਰੇਤਾ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਇਆ ਗਿਆ। ਇੱਥੇ ਬਸ ਨਹੀਂ, ਚੰਦੂ ਪਾਪੀ ਕਹਿਣ ਲੱਗਾ ਕੜਛੇ ਲੈ ਕੇ ਆਓ, ਕੜਛੇ ਭਰ ਭਰ ਕੇ ਇਹਨਾਂ ਦੇ ਸਰੀਰ ਤੇ ਪਾਏ ਜਾਣ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਜੀਭਾ ਤੋਂ ਇੱਕ ਵੀ ਸ਼ਬਦ ਸਿੱਧਾ ਨਹੀਂ ਉਚਾਰਿਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹਨ। ਤਾਈਓ ਭੱਟਾ ਨੇ ਜ਼ਿਕਰ ਕੀਤਾ ਹੈ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਕਰੀ। ਮਥਰਾ ਜਨ ਕਉ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗਤਾਰਨ ਕਉ ਗੁਰਜੋਤ ਅਰਜੁਨ ਮਾਹੇ ਤਰੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਅਡੋਲ ਬੈਠੇ ਹੋਏ ਹਨ। ਸਾਰੇ ਸਰੀਰ ਤੇ ਸਾਧ ਸੰਗਤ ਜੀ ਛਾਲੇ ਹੋ ਚੁੱਕੇ ਹਨ। ਕਹਿੰਦੇ ਨੇ ਲਾਹੌਰ ਦੀਆਂ ਗਲੀਆਂ ਰੋਈਆਂ ਨੇ, ਕੰਧਾਂ ਰੋਈਆਂ ਨੇ। ਇੱਕ ਮਾਈ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਉਹਦੇ ਅੱਖਾਂ ਦੇ ਵਿੱਚੋਂ ਅਥਰੂ ਨੇ। ਉਹਦੀ ਗਵਾਂਢਣ ਭੈਣ ਪੁੱਛਦੀ, ਭੈਣੇ ਕੀ ਹੋਇਆ? ਉਹ ਕਹਿਣ ਲੱਗੀ, ਭੈਣੇ ਸੁਣੀ, ਮੇਥੋਂ ਦੁੱਖ ਦੀ ਬਾਤ ਨਾ ਕਹੀ ਜਾਵੇ। ਤੱਤੀ ਤਵੀ ਤੇ ਬੈਠਾ ਗੁਰੂ ਅਰਜਨ, ਤੱਤੀ ਰੇਤ ਵਿੱਚ ਸੀਸ ਦੇ ਪਈ ਜਾਵੇ। ਹੁਣ ਇਸ ਧਰਤੀ ਤੇ ਪਹੁੰਚਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਗਰੀ ਯਾਰ ਪੀਰ ਮੀਆਂ ਮੀਰ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਇੱਕ ਸਮਾਂ ਸੀ ਸਾਧ ਸੰਗਤ ਜੀ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਪੜ੍ਹਦੇ ਹਾਂ, 9ਵੀਂ ਤੇ 8ਵੀਂ ਅਸ਼ਟਪਦੀ ਦੇ ਅੰਦਰ ਬ੍ਰਹਮ ਗਿਆਨੀ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ। ਐਸਾ ਕੋਈ ਮਹਾਂਪੁਰਖ ਹੈ, ਮੈਨੂੰ ਦਰਸ਼ਨ ਕਰਵਾਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਮੀਆਂ ਮੀਰ ਸਮਾਂ ਆਵੇਗਾ, ਇਹਨਾਂ ਅਸ਼ਟਪਦੀਆਂ ਦੇ ਅੱਖਰੀ ਅਰਥ ਪ੍ਰੈਕਟੀਕਲ ਰੂਪ ਦੇ ਅੰਦਰ ਹੁੰਦੇ ਹੋਣਗੇ। ਖੁਦਾ ਤੈਨੂੰ ਸਾਡੇ ਪਾਸ ਲੈ ਕੇ ਆਵੇਗਾ। ਅੱਜ ਲਾਹੌਰ ਦੀ ਧਰਤੀ ਤੇ ਪਹੁੰਚਦਾ ਹੈ। ਸਰੀਰ ਤੇ ਛਾਲੇ ਛਾਲੇ ਨੇ, ਅੱਤ ਦੀ ਗਰਮੀ ਪੈਂਦੀ ਪਈ ਹੈ। ਮਹਾਰਾਜ ਜੀ ਦੇ ਨੇਤਰ ਬੰਦ ਨੇ। ਕਹਿੰਦੇ ਪੀਰ ਮੀਆਂ ਮੀਰ ਧਰਤੀ ਤੇ ਸਜਦਾ ਕਰਦਾ ਹੈ ਤੇ ਭੁੱਬਾ ਮਾਰ ਕੇ ਰੋਣ ਲੱਗ ਪੈਂਦਾ। ਇੱਕ ਵਿਦਵਾਨ ਦਾ ਸ਼ਾਇਰ ਹੈ, ਉਹ ਲਿਖਦਾ, ਚਾਰੇ ਪਾਸੋਂ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਤਾਂ ਕਿਹਾ ਸਤਿਗੁਰ ਪੀਰ ਮੀਆਂ ਮੀਰ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ। ਪੀਰ ਮੀਆਂ ਮੀਰ ਨੇ ਬੇਨਤੀ ਕੀਤੀ, ਮਹਾਰਾਜ
आप जी मैनू हुक्म करो, मैं दिल्ली तो लैके लाहौर तक इस जालम राज की जड़ नूं पुट दिना हाँ। सच्चे पातशाह कहते पीर मियाँ मीर, अकाल पुरख वाहिगुरू का हुक्म इसे तरह है, तुसी खुदा दे अगे बेनती करियो साडा ये प्रण अखीरले सवासां तक निभ जावे। हुण शाम पैंदी है, चंदू पापी घर विच चला जाता है, अगला दिन चढ़ता है। आउंदियां सार फिर महाराज साहब नूं कहंदा है कि आप जी नाता प्रवान करो, बड़ा कुछ कहंदा है। सतगुरु सच्चे पातशाह बोलते नहीं, उची आवाज़ में सिपाहियां नूं कहंदा है कि वड्डी चुर लैके आओ, तवी लैके आओ। तवी आ गई है, वड्डी चुर दे उपर रख दिती जावे, रख दिती है। दूसरा हुक्म कि बहुतियां लकड़ां पा के अग बाल दिती जावे ते तांबे दे वांग लोह नूं लाल कीता जावे। साध संगत जी, जिहड़ी चुर है, तवी है, वो लाल हो गई तांबे वांग। कहन लगा हुण गुरु अर्जन साहब नूं इहदे उपर बिठा देना करो, फिर वेखांगा ये क्यों ना बोलणगे। गुरु अर्जन देव सच्चे पातशाह कुछ बोले नहीं, आप उठे ने। उस लाल तवी दे उपर सच्चे पातशाह जाके खलो गए ने, फिर चौंकड़ा मारदे ने। इत्थे बस नहीं, कहन लगा रेता गर्म करो, रेता भी इन्हां दे सीस उपर, शरीर दे उपर पाई जावे। दो कहंदे पैर, दो जाम लगातार कहंदे सच्चे पातशाह तवी ते बैठे रहे। एक भी शब्द महाराज जी ने सीधा नहीं उचारिया। सच्चे पातशाह नूं थल्ले लाया गया। इसे ही रात नूं चंदू दी नौ आउंदी है। महाराज जी दे वास्ते दुध अंदर मिठा घोल के कुछ भोजन लैके सच्चे पातशाह, आप जी बहुत वड्डे तसीहे चल रहे हो, मैनू चंदू दी नौ ना समझियो, मैनू अपने सिख दी धी समझियो। महाराज ये आप जी दे वास्ते लैके आई हाँ, आप जी छको। सतगुरु जी कहते धीए तेरी पेटा परवान है, पर असीं इस पापी दे घर दा कुछ खाना नहीं। सच्चे पातशाह तुहाडे तसीहे चले नहीं जाते, आप जी मेरे ते भी कृपा करो। सच्चे पातशाह कहते असीं कल तक पाना वरता देना है, एक रात का समा होर है। जदों असीं शरीर छड्डांगे तुहाडा भी शरीर जिहड़ा है शांत हो जाएगा। दिन चढ़दा है, चंदू पापी फिर आउंदा है। इत्थों तक कहंदा है कि ये धर्म दे विच परपक्ष हन, धर्म तो डोलणगे नहीं। उच्ची आवाज़ अंदर सिपाहियां नूं कहंदा है कि कल नूं गां दा चमड़ा लैके आयो, मांस लैके आयो, खल लैके आयो। उस खल दे अंदर गुरु अर्जन साहब जी नूं लपेट दिओ, उपरों सी दिओ ते धुप दे विच रख दिओ। जिवें जिवें वो खल जिहड़ी है सुकेगी, ये दुखी होणगे ते शायद मेरे नाते नूं प्रवान कर लैणगे। सो साध संगत जी, सच्चे पातशाह महाराज नूं पुछया गया तुहाडी अखीरली इच्छा की है। महाराज कहंदे सी इशनान करना है। चंदू पापी ने सिपाहियां दा तगड़ा पहरा लाया। 5 सिख महाराज जी ने नाल लए ते रावी दे कंढे ते पहुँच गए हैं। सच्चे पातशाह ने 5 सिखां नूं हुक्म किया कि असीं हुण भाणा वरता देना है। तुसीं 5 सिखां ने जा करके साडे महल तुहाडी माता गंगा जी नूं सुनेहा देना है कि वैराग ना करन, अकाल पुरख वाहिगुरू दे हुक्म दे विच रहन। फिर सच्चे पातशाह ने इशनान किया, दूसरे बस्तर पहने ने ते उच्ची आवाज़ अंदर साध संगत जी जपजी साहब का पाठ शुरू कर दिता है। जपजी साहब का पाठ होया। इन्ने समय एक रबाबी सिख भी आता है। एक कवि राज भाई संतोख सिंह जी उन्होंने जिक्र किया है। फिर सच्चे पातशाह महाराज ने अपना जिहड़ा 5 भौतिक शरीर है रावी दे पेटा कर दिता है। इस तरह महाराज सच्चे पातशाह जियां की शहादत हुई। सारी संगत अंदर साध संगत जी बहुत वड्डा बैराग है। तो साध संगत जी इन्हां ही दिनों के अंदर जून 1984 के अंदर 20वीं सदी के महान सिख जरनैल श्रीमान संत बाबा जरनैल सिंह जी खालसा पिंडरां वाले, उन्हां दी अगवाही दे विच अमर शहीद आल इंडिया
सिख स्टूडेंट फैडरेशन के प्रधान भाई अमरीक सिंह जी, बाबा ठारा सिंह जी, जनरल सुबेग सिंह जी, जदों संत बाबा जरनैल सिंह जी खालसा पिंडरां वाले दमदमी टकसाल के मुखी बनते हैं तो साध संगत जी धर्म युद्ध मोर्चे का जिहड़ा नींह पत्थर है वो श्रीमान संत ज्ञानी करतार सिंह जी महापुरखा ने रखिया। 13 जलूस साध संगत जी उन्हां महापुरखा ने कढ़े। एक समा सी जदों दिल्ली की धरती ते लाल किले के अंदर गुरु तेग बहादुर साहब महाराज जी का शहीदी दिहाड़ा बहुत वड्डे पद्धर ते मनाया जा रहा सी। देश के वड्डे वड्डे लीडर स्टेज के उपर सन। दमदमी टकसाल के 13वें मुखी श्रीमान संत ज्ञानी करतार सिंह जी महापुरख भी उत्थे सन। जदों साध संगत जी देश की प्रधानमंत्री बीबी इंदिरा गांधी आउंदी है, सारे खड़े हो जाते हैं। उदों फिर महापुरखा ने एक धारणा पढ़ी बहुत वड्डे इकट्ठ के अंदर। इंदिरा गांधी ने यह गल भी कही कि सतगुरु गुरु तेग बहादुर साहब महाराज जी की शहादत बहुत वड्डी है, असी ऐसी शहादत नूं कोट कोट प्रणाम करते हाँ। महापुरखा ने धारणा पढ़ी, सिर जावे तां जावे, मेरा सिखी सिदक ना जावे। उच्ची आवाज़ अंदर उन्हां महापुरखा ने स्पीच दी कि हिंदू धर्म के वास्ते गुरु तेग बहादुर साहब जियां की शहादत है, जिन्ने तुहाडे रोम हन तुसी उन्ने वार कुर्बानियां दे दिओ, गुरु तेग बहादुर साहब महाराज की बराबरी नहीं कर सकते। इंदिरा गांधी नूं महापुरखा ने ललकारिया। उन्हें कहा कि कौन ने इन्हां नूं गड्डी चढ़ा दिओ। नाल दे कहन लगे दमदमी टकसाल के 13वें मुखी ने। इस दिन तो साध संगत जी सरकार दी ते जिहड़ी टकसाल दी है वो आपस अंदर जिहड़ी रंजस सी, महापुरखों के मन अंदर कोई गल नहीं सी, पर जिहड़ी सरकार की कुटल नीति है वो शुरू हो गई है। संत बाबा जरनैल सिंह जी जिन्हां ने सिੱਖੀ का डट के प्रचार किया तो उन्हां दिनां अंदर महापुरखों ने कुछ मंगां रखियां जिन्हों असी आनंदपुर साहिब का मता आखते हाँ। इस तो इलावा किसानी का मसला जो साड़ी सरकार नूं चंगा नहीं सी लगता, इंदिरा गांधी सरकार ने नकली जिहड़ा निरंकारी आ वो खड़ा किया। गुरु ग्रंथ साहिब महाराज की बेदबी करता है। तो साध संगत जी विसाखी वाले दिन जदों निरंकारिया गुरबचना आउंदा है, अंमृतसर साहिब की धरती ते अपना कठ रखता है। पहला महापुरख आप जान लगे, 5 सिखा ने हुक्म किया कि आप जी नहीं जाओगे। जथे दे 13 सिंह गए। साध संगत जी पंजाब सरकार दी नाल हल्लाशेरी है ते जिहड़ी पंजाब पुलिस है, गुरबचने पापी के जिहड़े सिक्योरिटी गार्ड सन उन्हां 13 सिंघां नूं गोलियां मार के शहीद कर दिता। फिर महापुरखा ने दी स्पीच मंजी साहब दीवान हाल तो कि अज तो बाद असी इस पापी दे कोई समागम पंजाब की धरती ते हो नहीं देवांगा। बड़े विचोले बन के महापुरखों समझौता करा दिए। इन्ने समय अंदर 105 सिख शहीद हो चुके सन। महापुरख संत बाबा जरनैल सिंह जी कहन लगे 101 इन्हां निरंकारियां दे जिहड़े श्रद्धालु उन्हां नूं खत्म करांगे, फिर असी समझौता करांगे। समा अपनी चाल चलिया। बड़े वड्डे वड्डे पैग च लैके साडी सरकार आई, हिंदी सरकार, पर वो महापुरख विके नहीं। 13 जिहड़े फौजी सन सिख फौजी वो पैग च लैके महापुरखों के पास गए कि तुहानूं 1 अरब अमरीका डॉलर दिन्ने हाँ, दूजा पैगज तुहानूं सेंसर ला के पंजाब का मुख मंत्री थापदे हाँ। पर कुलदीप बराड़ खुद लिखता है वो 13 जिहड़े फौजी वापस नहीं आए। महापुरखों के बन के जालम सरकार ने डट के मुकाबला किया। समा अपनी चाल चलिया। ये कोई इक्के-दम हमला नहीं होया। पहला साध संगत जी देहरादून दीयां पहाड़ियां ते हरमंदर साहिब का मॉडल बना के अकाल तख्त साहिब का फौजां नूं ट्रेनिंग दी गई। इस तो इलावा हिमाचल दीयां पहाड़ियां दे अंदर ते जदों साध संगत जी हमले की फुल तैयारी हो गई, कुलदीप बराड़ आउंदा है।
ਵੱਡੇ ਵੱਡੇ ਸਿੱਖ ਫੌਜੀ ਆਉਂਦੇ ਨੇ। ਉਹਨਾਂ ਸਮਿਆਂ ਅੰਦਰ ਡੀਸੀ ਹੈ ਗੁਰਦੇਵ ਸਿੰਘ ਬਰਾੜ, ਹੋਰ ਸਿੱਖ ਫੌਜੀ ਨੇ। ਕੁਲਦੀਪ ਬਰਾੜ ਪੁੱਛਦਾ ਹੈ ਕਿ ਸੰਤ ਜਰਨੈਲ ਸਿੰਘ ਦੇ ਪਾਸ ਕਿੰਨੇ ਕੁ ਸਿੰਘ ਹਨ, ਫਿਰ ਉਹ ਆਪਣੇ ਆਪ ਸਿਲੰਡਰ ਕਰ ਦੇਣਗੇ। ਤੇ ਡੀਸੀ ਸੀ ਨਾ ਜਿਹੜਾ ਗੁਰਦੇਵ ਸਿੰਘ ਬਰਾੜ, ਕਹਿਣ ਲੱਗਾ ਕੁਲਦੀਪ ਬਰਾੜ ਨੂੰ ਤੈਨੂੰ ਭੁਲੇਖਾ ਹੈ, ਸੰਤ ਜਰਨੈਲ ਸਿੰਘ ਆਪਣੇ ਆਪ ਸਿਲੰਡਰ ਨਹੀਂ ਕਰਨਗੇ, ਨਾ ਹੀ ਉਹਦੇ ਸਿੰਘ ਸਿਲੰਡਰ ਕਰਨਗੇ। ਇਹ ਤੁਹਾਨੂੰ ਬਹੁਤ ਵੱਡੀ ਵਹਿਮੀ ਹੈ, ਭੁਲੇਖਾ ਹੈ। ਉਹਨਾਂ ਨੂੰ ਕਿਹਾ ਤੁਸੀਂ ਸਾਈਨ ਕਰੋ, ਅਸੀਂ ਫੌਜਾਂ ਲੈ ਕੇ ਆਉਣੀਆਂ ਹੈ, ਇੱਥੇ ਅਟੈਕ ਕਰਨਾ ਹੈ। ਡੀਸੀ ਗੁਰਦੇਵ ਸਿੰਘ ਕਹਿਣ ਲੱਗਾ ਮੈਂ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜਾਂ ਵਾਸਤੇ, ਟੈਂਕਾਂ ਵਾਸਤੇ ਸਾਈਨ ਨਹੀਂ ਕਰਾਂਗਾ। ਮੈਂ ਸੰਤ ਜਰਨੈਲ ਸਿੰਘ ਨੂੰ ਮਿਲਦਾ ਹਾਂ, ਉਹਨਾਂ ਦੀ ਸੰਗਤ ਕਰਦਾ ਹਾਂ, ਪਰ ਉਹਨਾਂ ਦੇ ਵਿਚਾਰ ਕੁਝ ਵੱਖਰੇ ਹਨ। ਇੱਥੇ ਕਹਿੰਦੇ ਕੁਲਦੀਪ ਬਰਾੜ ਬੜਾ ਔਖਾ ਹੋਇਆ। ਜਿਹੜੇ ਸੀ ਸਿੱਖ ਫੌਜੀ, ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਸਹੁੰ ਖਾਂਦੇ ਹਾਂ ਦੇਸ਼ ਦੀ ਰੱਖਿਆ ਵਾਸਤੇ, ਇਹ ਸਾਡਾ ਕੇਂਦਰੀ ਸਥਾਨ ਹੈ, ਸਾਨੂੰ ਨੌਕਰੀ ਦੀ ਪਰਵਾਹ ਨਹੀਂ, ਪਰ ਅਸੀਂ ਇਸ ਹਰਿਮੰਦਰ ਸਾਹਿਬ ਦੇ ਉੱਪਰ, ਅਕਾਲ ਤਖਤ ਸਾਹਿਬ ਦੇ ਉੱਪਰ ਫੌਜਾਂ ਲੈ ਕੇ, ਟੈਂਕਾਂ ਲੈ ਕੇ ਨਹੀਂ ਚੜਾਂਗੇ। ਇਸ ਤੋਂ ਬਾਅਦ ਇਹਨਾਂ ਸਿੱਖਾਂ ਨੂੰ ਛੁੱਟੀ ਕੀਤੀ ਗਈ। ਸਰਕਾਰ ਨੇ ਆਪਣੇ ਡੀਸੀ ਲਾਏ। ਫਿਰ ਸਾਧ ਸੰਗਤ ਜੀ 1 ਜੂਨ ਵਾਲੇ ਦਿਨ ਇਹਨਾਂ ਨੇ ਫਾਇਰਿੰਗ ਕੀਤੀ। ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਤੇ ਮਹਾਂਪੁਰਖਾਂ ਨੇ ਕਿਹਾ ਸੀ ਪਹਿਲੀ ਵਾਰ ਤੁਸੀਂ ਅੱਗੋਂ ਫਾਇਰਿੰਗ ਨਹੀਂ ਕਰਨੀ। ਸਾਰੀ ਜਿਹੜੀ ਮੋਰਚਾਬੰਦੀ ਹੈ, ਘੇਰਾਬੰਦੀ ਹੈ, ਉਹ ਭਾਈ ਜਨਰਲ ਸੁਬੇਗ ਸਿੰਘ ਨੇ ਕੀਤੀ ਹੋਈ ਹੈ। ਪਹਿਲੇ ਦਿਨ ਕਹਿੰਦੇ 9 ਸਿੱਖ ਸ਼ਹੀਦ ਹੋਏ। ਬੱਬਰਾਂ ਦਾ ਭਾਈ ਮਹਿੰਗਾ ਸਿੰਘ, ਇੱਕ ਟਕਸਾਲ ਦਾ ਸਿੰਘ ਭਾਈ ਰਾਮ ਸਿੰਘ ਜੋ ਯੂਪੀ ਤੋਂ ਸੀ। 7 ਸ਼ਰਧਾਲੂ, 9 ਸਿੱਖਾਂ ਦੀ ਸ਼ਹਾਦਤ 1 ਜੂਨ ਵਾਲੇ ਦਿਨ ਹੁੰਦੀ ਹੈ। ਰਾਤ ਨੂੰ 2100 ਜਿਹੜੀ ਫੌਜ ਹੈ ਉਹ ਸਾਧ ਸੰਗਤ ਜੀ ਘੰਟਾ ਘਰ ਦੇ ਅੰਦਰੋਂ ਪ੍ਰਵੇਸ਼ ਕਰਦੀ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਸ਼ਾਇਦ ਸਿੰਘਾਂ ਦੇ ਪਾਸ ਛੋਟੀਆਂ ਮੋਟੀਆਂ ਦਨਾਲੀਆਂ ਜਿਹੀਆਂ ਹੋਣਗੀਆਂ, ਪਰ ਇੰਨਾ ਨਹੀਂ ਸੀ ਪਤਾ ਅੰਦਰ ਉਹ ਸੂਰਮਾ ਹੈ ਜਿਹਨੇ ਬੰਗਲਾਦੇਸ਼ ਦੀ ਫੌਜ ਦੇ ਦੰਦ ਖੱਟੇ ਕੀਤੇ ਸਨ। ਜਦੋਂ 2100 ਸਾਧ ਸੰਗਤ ਜੀ ਆਰਮੀ ਦੀ ਫੌਜ ਅੰਦਰ ਪ੍ਰਵੇਸ਼ ਹੁੰਦੀ ਹੈ, ਇੱਕਦਮ ਇਹਨਾਂ ਦੀ ਸੋਚ ਸੀ ਕਿ ਤਰ ਕੇ ਹਰਿਮੰਦਰ ਸਾਹਿਬ ਅੰਦਰ ਜਾ ਵੜਾਂਗੇ, ਉੱਥੋਂ ਜਾ ਕੇ ਫਾਇਰਿੰਗ ਕਰਾਂਗੇ। ਅੰਦਰ ਪ੍ਰਵੇਸ਼ ਹੁੰਦੀ ਹੈ ਤੇ ਮਹਾਰਾਜ ਦੇ ਬਚਨ ਨੇ ਜਬ ਆਵ ਕੀ ਔਦ ਨਿਧਾਨ ਬਨੇ ਅਤਹੀ ਰਨ ਮੈਂ ਤਬ ਜੂਝ ਮਰੋ। ਇੱਕਦਮ ਗੁਰੂ ਕੇ ਸਿੱਖ ਫਿਰ ਬੰਦੂਕਾਂ ਵਿੱਚੋਂ ਗੋਲੀਆਂ ਛੱਡਦੇ ਨੇ, ਸਾਰੇ ਮੁੱਦੇ ਪਾ ਦਿੰਦੇ ਨੇ। ਫਿਰ ਬੜੇ ਹੈਰਾਨ ਹੁੰਦੇ ਨੇ, ਬਹੁਤ ਯਤਨ ਕਰਦੇ ਨੇ, ਵੱਡੇ ਵੱਡੇ ਮੋਰਚੇ ਲਾਏ ਨੇ, ਘੇਰਾਬੰਦੀ ਕੀਤੀ ਹੋਈ ਹੈ। ਸਾਧ ਸੰਗਤ ਜੀ 2 ਜੂਨ ਦਾ ਦਿਨ ਵੀ ਬਤੀਤ ਹੁੰਦਾ ਹੈ, 3 ਜੂਨ ਦਾ ਦਿਨ ਵੀ ਬਤੀਤ ਹੁੰਦਾ ਹੈ। 4 ਜੂਨ ਜਦੋਂ ਚੜ੍ਹਦੀ ਹੈ, ਫੌਜਾਂ ਦੇ ਜਿਹੜੇ ਜਰਨਲ ਸਨ, ਭਾਵੇਂ ਉਹ ਕੁਲਦੀਪ ਬਰਾੜ, ਸੁੰਦਰ, ਦਿਆਲ, ਇਹ ਵੱਡੇ ਵੱਡੇ ਜਰਨਲ ਨੇ ਫੌਜ ਦੇ ਜਿਹੜੇ ਕਮਾਨ ਕਰ ਰਹੇ ਨੇ, ਸਾਰੇ ਹੈਰਾਨ ਨੇ। ਇਸ ਤੋਂ ਬਾਅਦ ਜਿਹੜਾ ਜਰਨਲ ਦਿਆਲ ਹੈ, ਜਰਨਲ ਸੁੰਦਰ ਹੈ, ਇਹ ਦਿੱਲੀ ਜਾਂਦੇ ਨੇ। ਇੰਦਰਾ ਗਾਂਧੀ ਨੂੰ ਜਾ ਕੇ ਕਹਿੰਦੇ ਨੇ ਕਿ ਸਾਨੂੰ ਟੈਂਕਾਂ ਦੀ ਆਗਿਆ ਦਿਓ। ਇੰਦਰਾ ਗਾਂਧੀ ਬਹੁਤ ਹੈਰਾਨ ਹੈ, ਕਹਿ ਲੱਗੀ ਤੁਸੀਂ ਤੇ ਗੱਲਾਂ ਕਰਦੇ ਸੀ ਕਿ ਭਿੰਡਰਾ ਵਾਲੇ ਨੂੰ 2 ਘੰਟੇ 'ਚ ਫੜ ਕੇ ਲੈ ਆਵਾਂਗੇ, ਉਹ ਸਿਲੰਡਰ ਕਰ ਦੇਵੇਗਾ। 3 ਦਿਨ ਬਤੀਤ ਹੋ ਗਏ ਨੇ। ਇਹ ਦੋਨੋਂ ਜਰਨੈਲ ਕਹਿਣ ਲੱਗੇ ਬੀਬੀ ਇੰਦਰਾ ਗਾਂਧੀ ਨੂੰ, ਜੇ ਤੁਸੀਂ ਟੈਂਕਾਂ ਦੀ ਆਗਿਆ ਨਾ ਦਿੱਤੀ, ਫੌਜ ਦੀ ਬਹੁਤ ਵੱਡੀ ਹਾਰ ਹੋਵੇਗੀ, ਸਾਰੇ ਪਾਸੇ ਲਾਹਨਤਾਂ ਪੈਣਗੀਆਂ। ਸਾਧ ਸੰਗਤ ਜੀ ਕੱਲ ਹੀ ਹਿੰਦੁਸਤਾਨ ਦੀ ਫੌਜ ਨਹੀਂ ਸੀ, ਰਸ਼ੀਆ ਦੀ ਫੌਜ ਆਈ, ਯੂਕੇ ਦੀ ਫੌਜ ਗਈ, ਜਰਮਨ ਦੀ ਫੌਜ ਗਈ। ਵੱਡੇ ਵੱਡੇ ਉਹਨਾਂ ਦੇ ਹਥਿਆਰ ਸਨ, ਪਰ ਉਹਨਾਂ ਆਰਮੀ ਦੇ ਹੱਥ ਖੜੇ ਹੋ ਗਏ। ਕਹਿੰਦੇ ਜਦੋਂ 4 ਜੂਨ ਦਾ ਦਿਨ ਚੜ੍ਹਦਾ ਹੈ, ਇਹ ਹੁਕਮ ਹੋ ਗਿਆ ਕਿ ਟੈਂਕ ਅੰਦਰ ਜਾ ਸਕਦੇ ਨੇ। ਵੱਡੇ ਵੱਡੇ ਗ੍ਰਨੇਡ, ਜਿੱਥੇ ਸਾਧ ਸੰਗਤ ਜੀ ਲੰਗਰ ਹਾਲ ਹੈ, ਜਿੱਥੇ ਬੇਰੀ ਹੈ ਦੁੱਖ ਭੰਜਨੀ ਬੇਰੀ,
ਜਿੱਥੇ ਲੰਗਰ ਹਾਲ ਦੇ ਸਾਹਮਣੇ ਜਿਹੜਾ ਟੈਂਕ ਪਹਿਲਾਂ ਗਿਆ ਉੱਥੇ ਜਾ ਕੇ ਰੋਕਿਆ। ਬਹੁਤ ਯਤਨ ਕੀਤੇ ਪਰ ਟੈਂਕ ਅੱਗੇ ਨਹੀਂ ਗਿਆ। ਇਸ ਤੋਂ ਬਾਅਦ ਜਿਹੜਾ ਟੈਂਕ ਉਹ ਬਿਲਡਪੁਰੂ ਪਾਉਂਦਾ ਹੈ, ਉਹ ਅੱਗੇ ਜਾਂਦਾ ਹੈ ਦੁੱਖ ਭੰਜਨੀ ਬੇਰੀ ਦੇ ਕੋਲ। ਇਸ ਤੋਂ ਪਹਿਲਾਂ ਕਹਿੰਦੇ ਮਹਾਂਪੁਰਖਾਂ ਦੇ ਭਤੀਜੇ, ਮਹਾਂਪੁਰਖਾਂ ਦੇ ਭਰਾਤਾ, ਉਹ ਕਹਿੰਦੇ ਟੈਂਕ ਨੂੰ ਰੋਕਦੇ ਰੋਕਦੇ ਸ਼ਹਾਦਤ ਦਾ ਜਾਮ ਪੀਂਦੇ ਨੇ। ਹੋਰ ਗੁਰੂ ਕੀ ਮਰਜ਼ੀ ਵੜੇ ਸਿੱਖ। ਇਸ ਤੋਂ ਬਾਅਦ ਜਦੋਂ ਟੈਂਕ ਦੁੱਖ ਭੰਜਨੀ ਬੇਰੀ ਦੇ ਕੋਲ ਖੜਾ ਕਰਕੇ ਤੇ ਉਹਦਾ ਜਿਹੜਾ ਟੈਂਕ ਦਾ ਮੂੰਹ ਸੀ ਅਕਾਲ ਤਖਤ ਵੱਲ ਕੀਤਾ ਗਿਆ। ਜਨਰਲ ਸ਼ਵੇਕ ਸਿੰਘ ਕਹਿਣ ਲੱਗਾ, ਮਹਾਂਪੁਰਖੋ ਅੰਦਰ ਜਿਹੜੇ ਟੈਂਕ ਨੇ ਉਹ ਸ਼ੁਰੂ ਹੋ ਗਏ ਨੇ। ਤੇ ਟੈਂਕ ਦੀ ਜਿਹੜੀ ਲਾਈਟ ਸੀ ਉਹ ਬੁਲਟ ਪ੍ਰੂਫ ਸੀ। ਉਦੋਂ ਕਹਿੰਦੇ ਜਨਰਲ ਸ਼ਵੇਕ ਸਿੰਘ ਨੇ ਪਹਿਲਾ ਵਾਰ ਕੀਤਾ, ਉਹ ਲਾਈਟ ਭੰਨ ਦਿੱਤੀ। ਦੂਸਰਾ ਟੈਂਕ ਜਿਹੜੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ, ਮੰਜੀ ਸਾਹਿਬ ਦੀਵਾਨ ਹਾਲ ਤੋਂ ਜਦੋਂ ਆਪਾਂ ਆਉਨੇ ਹਾਂ ਪੌੜੀਆਂ ਆਉਂਦੀਆਂ ਨੇ, ਉਧਰ ਦੀ ਟੈਂਕ ਲਿਆਂਦਾ ਗਿਆ। ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਉਸ ਤੋਂ ਅੱਗੇ ਟੈਂਕ ਨਹੀਂ ਸੀ ਗਏ। ਫੌਜ ਹੈਰਾਨ ਸੀ, ਪਰ ਇਹ ਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸੀ। ਇਹ ਤਖਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਸੀ। ਕਲਾ ਜਿਹੜੀ ਸੀ ਗੁਰੂ ਸਾਹਿਬਾਨਾਂ ਦੀ ਵਰਤ ਰਹੀ ਸੀ। ਮਹਾਂਪੁਰਖਾਂ ਨੇ ਬਚਨ ਕੀਤੇ, ਸਿੰਘੋ ਘਬਰਾਉਣਾ ਨਹੀਂ, ਆਪਾਂ ਗੁਰੂ ਕੇ ਸਿੱਖ ਹਾਂ। ਕਲਗੀਧਰ ਪਿਤਾ ਸਾਡੀ ਰਹਿਮਤ ਕਰਨਗੇ, ਕਿਰਪਾ ਕਰਨਗੇ। ਇੱਕ ਸਮਾਂ ਸੀ ਚਮਕੌਰ ਦੀ ਗੜੀ ਦਾ, ਜਦੋਂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਸ ਕੇਵਲ 40 ਸਿੰਘ ਸਨ ਤੇ ਮੁਗਲਾਂ ਦੀ ਜਿਹੜੀ ਫੌਜ ਸੀ ਉਹ 10 ਲੱਖ ਸੀ। ਜ਼ਫਰਨਾਮੀ ਨੂੰ ਪੜ੍ਹਿਓ। ਕਲਗੀਧਰ ਪਿਤਾ ਕਹਿੰਦੇ, ਗੁਰ ਸ਼ਨਾਹ ਕੇ ਕਾਰੇ ਕੋ ਨੰਦ ਕਿ 10 ਲੱਖ ਬਰ ਆਏ ਦੋ ਬੇਫਿਕਰ, 1.25 लाख से एक लड़ाऊं तबै गोबिंद सिंह नाम कहाऊं। ਚਮਕੌਰ ਦੀ ਗੜੀ ਦਾ ਜੰਗ ਜੇ ਦੁਆਰਾ ਸਾਧ ਸੰਗਤ ਜੀ ਦੁਹਰਾਇਆ ਗਿਆ ਤੇ ਉਹ ਹੈ 1984 ਦਾ ਘੱਲੂਘਾਰਾ। ਕਹਿੰਦੇ ਮਹਾਂਪੁਰਖਾਂ ਦੇ ਬੋਲ ਸੁਣੇ, ਭਾਈ ਅਮਰੀਕ ਸਿੰਘ ਹੁਣਾਂ ਨੇ ਜਕਾਰੇ ਛੱਡੇ, ਜਨਰਲ ਸ਼ਵੇਕ ਸਿੰਘ ਹੁਣਾਂ ਨੇ ਜਕਾਰੇ ਛੱਡੇ। ਮਹਾਂਪੁਰਖੋ ਹੁਣ ਆਪ ਜੀ ਕਿਰਪਾ ਕਰਿਓ, ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਲੈ ਲੈਣ। ਕਹਿੰਦੇ ਐਸਾ ਮਾਹੌਲ ਬਣ ਗਿਆ ਸੀ, ਸਿੱਖ ਚਾਹੇ ਭੁੱਖੇ ਸਨ ਪਰ ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਸਨ। ਇੱਕ ਹੀ ਬਚਨ ਪੜ੍ਹਦੇ ਸੀ, ਜਬ ਆਵ ਕੀ ਔਦ ਨਿਧਾਨ ਬਣੈ ਅਤਹੀ ਰਨ ਮੈਂ ਤਜੂਜ ਮਰੋਂ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਜ਼ਾਲਮ ਸਰਕਾਰ ਨੇ ਅੰਦਰ ਟੈਂਕ ਵਾਰ ਦਿੱਤੇ, ਤੋਹਫਾਂ ਦੇ ਨਾਲ ਅਕਾਲ ਤਖਤ ਨੂੰ ਟੈਟੇਰੀ ਕੀਤਾ, ਪਰ ਗੁਰੂ ਕੇ ਸਿੱਖਾਂ ਨੇ ਇਹ ਨਹੀਂ ਮੰਨੀ। ਹਿੰਦੁਸਤਾਨ ਸਰਕਾਰ ਦੀ ਬਹੁਤ ਵੱਡੀ ਹਾਰ ਸੀ, ਜਿਹੜੇ ਕਹਿੰਦੇ ਸੀ ਅਸੀਂ 2 ਘੰਟਿਆਂ ਅੰਦਰ ਸੰਤ ਭਿੰਡਰਾਂਵਾਲੇ ਨੂੰ ਫੜ ਕੇ ਲੈ ਆਉਣਾ, ਤੇ ਸਾਧ ਸੰਗਤ ਜੀ 6 ਦਿਨ ਲਗਾਤਾਰ ਇਹ ਜਿਹੜਾ ਜੰਗ ਚੱਲਿਆ ਹੈ। ਉਹਨਾਂ ਮਰਜੀਵੜੇ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਸੀ, ਸਿੱਖਾਂ ਦੀ ਭਾਵਨਾ ਸੀ, ਸਿੱਖੀ ਦੀ ਭਾਵਨਾ ਸੀ, ਉਹ ਪਿੱਛੇ ਨਹੀਂ ਹਟੇ। ਜੇ ਅਸੀਂ ਪਿਛਲਾ ਇਤਿਹਾਸ ਪੜ੍ਹੀਏ ਨਾ, ਜਦੋਂ 1947 ਵੇਲੇ ਦੇਸ਼ ਆਜ਼ਾਦ ਹੋਇਆ, ਉਦੋਂ ਅੰਗਰੇਜ਼ਾਂ ਨੇ ਕਿਹਾ ਸੀ ਸਿੱਖ ਰਾਜ ਵੱਖਰਾ ਲਓ, ਜਿਨ੍ਹਾਂ ਨੇ ਪਾਕਿਸਤਾਨ ਵੱਖਰਾ ਲੈ ਲਿਆ। ਪਰ ਨਹਿਰੂ ਦੀ ਜਿਹੜੀ ਕੁਟਲਨੀਤੀ ਸਿੱਖਾਂ ਦੇ ਪਰਥਾਏ, ਚਾਹੇ ਇਹਨਾਂ ਦੇ ਹੋਰ ਪਿੱਛੇ ਜਾਓ, ਮਨੋਹਰ ਜਿਹੜਾ ਹੈ ਉਹ ਵੀ ਮੁੱਖ ਮੰਤਰੀ ਰਿਹਾ, ਉਹਦੀ ਵੀ ਕੁਟਲਨੀਤੀ ਸਿੱਖਾਂ ਦੇ ਪਰਥਾਏ, ਤੇ ਗਾਂ ਬੀਬਾ ਇੰਦਰਾ ਗਾਂਧੀ ਆਉਂਦੀ ਹੈ। ਅੱਜ ਵੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਦੀ ਜਿਹੜੀ ਨੀਤੀ ਸਿੱਖਾਂ ਦੇ ਪਰਥਾਏ ਕੋਈ ਬਹੁਤੀ ਚੰਗੀ ਨਹੀਂ। ਸਿੱਖ ਇੱਕ ਐਸੀ ਕੌਮ ਹੈ ਜਿਹੜਾ ਜਜ਼ਬਾ ਕਲਗੀਧਰ ਪਿਤਾ ਨੇ ਸਿੱਖਾਂ ਨੂੰ ਬਖਸ਼ਿਆ, ਕਿਸੇ ਕੌਮ ਦੇ ਅੰਦਰ ਨਹੀਂ। ਸੋ ਇਸ ਤਰ੍ਹਾਂ ਘੱਲੂਘਾਰਾ ਵਾਪਰਿਆ, ਤੇ ਵਿਦਵਾਨ ਕਹਿੰਦੇ ਨੇ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਮਹਾਂਪੁਰਖਾਂ ਨੇ ਬਚਨ ਕੀਤੇ ਸੀ, ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਵੇਗਾ, ਸਿੱਖੋ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਤਰ੍ਹਾਂ ਸਾਧ ਸੰਗਤ ਜੀ ਘੱਲੂਘਾਰਾ ਵਾਪਰਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਮੈਨੇਜਮੈਂਟ ਦਾ, ਪ੍ਰਬੰਧ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ।
ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।